वाहिगुरु जी का खालसा वाहिगुरु जी की फतेह। सतनाम। श्री वाहिगुरु साहिब जीओ। सूही महला पंजवा। अमृत बचन साध की बाणी। जो जो जपै तिस की गत होवे। हर हर नाम नित रसन बखानी। अमृत बचन साध की बाणी। जो जो जपै तिस की गत होवे। हर हर नाम नित रसन बखानी। रहाव। कली काल के मिटे कलेसा। एको नाम मन मह परवेसा। साधु तूर मुख मस्तक लाई। नानक उदरे हर गुर सरणाई। साधु तूर मुख मस्तक लाई। नानक उदरे हर गुर सरणाई। वाहिगुरु जी का खालसा वाहिगुरु जी की फतेह। परम सत्कारयोग गुरु सवारी साध संगत जीओ। आप जी वड्डे भागा वाले हो जो कि आप जी ने अज दे ये अमृतमयी पावन वचन सरवण करके अपने जीवन सफल कीते हन। सतगुरु साहिब श्री गुरु ग्रंथ साहिब जी महाराज ने सचखंड श्री दरबार साहिब अमृतसर साहिब विखे सोहने सिंघासन ते सुभाईमान प्रकाशवान होके अमृत वेले समुची कायनात समुचे संसार ते रहमत भरे ये अमृतमयी पावन बचना दी जो दात बख्शिश कीती सी। सो आप समूह साध संगत ने इन्हां नूं सरवण करके आनंद प्राप्त किया है। सो आओ साध संगत जो आपां यतन करिए कि गुरु पातशाह जी कृपा करन कि पातशाह जी दे ये अमृतमयी पावन वचन साडे हिरदियां ते भी वस सकण ते असी इन्हां पावन बचनां ते अपना जीवन दे विच इन्हां नूं मुख रखदियां होइयां जीवन दी संभाल कर सकीए ते गुरु दी बख्शी हुई अमृतमयी बचनां ते पहरा दे के
ਜੀਵਨ ਵਿੱਚ ਸਫਲਤਾ ਪ੍ਰਾਪਤ ਕਰ ਸਕੀਏ। ਸੋ ਸਾਧ ਸੰਗਤ ਜੋ ਇਹ ਅੱਜ ਦੇ ਪਾਵਨ ਅੰਮ੍ਰਿਤਮਈ ਬਚਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 744 ਤੇ ਸੁਭਾਏਮਾਨ ਹਨ। ਪਾਤਸ਼ਾਹ ਜੀ ਦੇ ਅੰਮ੍ਰਿਤਮਈ ਬਚਨ ਹਨ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਜਲ ਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜਿਉ। ਇਹ ਜਿਹੜੀ ਅੰਮ੍ਰਿਤਮਈ ਬਾਣੀ ਹੈ, ਇਹ ਸਾਰੀ ਬਾਣੀ ਪ੍ਰਮਾਤਮਾ ਦੇ ਬੋਲ ਹਨ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਇਹ ਹਰੀ ਦੇ ਪਾਵਨ ਵਚਨ ਹਨ। ਸੁਣ ਸੁਣ ਹੋਵੇ ਪਰਮਗਤ ਮੇਰੀ, ਜਿਹੜੇ ਗਾਉਂਦੇ ਹਨ, ਸੁਣਦੇ ਹਨ, ਪੜ੍ਹਦੇ ਹਨ ਇਸ ਬਾਣੀ ਨੂੰ, ਇਸ ਪਾਵਨ ਅੰਮ੍ਰਿਤਮਈ ਬਚਨਾਂ ਨੂੰ, ਉਹਨਾਂ ਦਾ ਜੀਵਨ ਜਿਹੜਾ ਹੈ ਉਹ ਸਫਲ ਹੋ ਜਾਂਦਾ ਹੈ। ਜਲ ਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜਿਉ। ਸਤਿਗੁਰਾਂ ਨੇ ਕਿੱਡੀ ਬਖਸ਼ਿਸ਼ ਕੀਤੀ ਹੈ ਸਾਡੇ ਤੇ ਕਿ ਭਾਈ ਇਸ ਬਾਣੀ ਨੂੰ ਗਾਣ ਦੇ ਨਾਲ, ਇਸ ਬਾਣੀ ਨੂੰ ਸਰਵਣ ਕਰਨ ਦੇ ਨਾਲ, ਇਸ ਬਾਣੀ ਨੂੰ ਪਿਆਰ ਦੇ ਨਾਲ ਪੜਨ ਦੇ ਨਾਲ ਤੇਰੀ ਅੰਦਰ ਦੀ ਜਿਹੜੀ ਮਨ ਦੀ ਅਵਸਥਾ ਹੈ, ਮਨ ਦੀ ਗੱਲ ਕਰ ਰਹੇ ਹਨ ਗੁਰੂ ਪਾਤਸ਼ਾਹ ਜੀ। ਜਲ ਨ ਬੁਝੀ ਸੀਤਲ ਹੋਏ ਮਨੁਆ, ਇਹ ਜਿਹੜਾ ਤੇਰਾ ਮਨ ਹੈ ਨਾ, ਹਰ ਵੇਲੇ ਕਲਪਦਾ ਰਹਿੰਦਾ ਹੈ। ਇਹ ਮਨ ਅੰਮ੍ਰਿਤਮਈ ਬਾਣੀ ਨੂੰ ਜੇ ਪਿਆਰ ਨਾਲ ਪੜ੍ਹ ਲਵੇ, ਪਿਆਰ ਨਾਲ ਸਰਵਣ ਕਰ ਲਵੇ, ਤੇ ਇਹ ਤੇਰਾ ਕਲਪਦਾ ਹੋਇਆ ਮਨ ਸ਼ਾਂਤ ਹੋ ਜਾਂਦਾ ਹੈ। ਜਲ ਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜਿਉ। ਇਸ ਬਾਣੀ ਦੇ ਵਿੱਚੋਂ ਹੀ ਗੁਰੂ ਪਰਮਾਤਮਾ ਦਾ ਦੀਦਾਰ ਕਰਿਆ ਕਰ। ਤੇ ਹੋਵੇਗਾ ਵੀ ਇਹ ਤਾਂ ਜਦੋਂ ਇਹ ਬਾਣੀ ਤੇਰੇ ਘਰ, ਹਿਰਦੇ ਰੂਪੀ ਘਰ ਵਿੱਚ ਵਸੇਗੀ। ਕਿਉਂਕਿ ਪਾਤਸ਼ਾਹ ਜੀ ਦੇ ਹੋਰ ਵੀ ਬਚਨ ਹਨ। ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਪੁਰਖ ਕੀ ਨਿਜ ਕਰ ਵਾਸਾ ਹੋਏ। ਬਾਣੀ ਨੂੰ ਪੜਨ ਦੇ ਨਾਲ ਨਾਲ, ਬਾਣੀ ਨੂੰ ਸੁਣਨ ਦੇ ਨਾਲ ਨਾਲ ਬਾਣੀ ਦੀ ਵਿਚਾਰ ਵੀ ਬਹੁਤ ਜ਼ਰੂਰੀ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਹਨ। ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਬਾਣੀ ਨੂੰ ਵਿਚਾਰ ਕੇ ਪੜਿਆ ਹੈ, ਵਿਚਾਰ ਕੇ ਸਰਵਣ ਕੀਤਾ ਹੈ, ਬਾਣੀ ਵਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਾਸਾ ਹੋਏ। ਇਹ ਬਾਣੀ ਤੇ ਸਾਰੀ ਅੰਮ੍ਰਿਤਮਈ ਪਰਮਾਤਮਾ ਦੇ ਬੋਲ ਹਨ। ਗੁਰੂ ਪਾਤਸ਼ਾਹ ਨੇ ਤੇ ਸਾਡੇ ਤੇ ਮਿਹਰ ਕੀਤੀ ਹੈ ਸੰਸਾਰ ਤੇ ਕਿ 10 ਸਰੂਪ ਧਾਰਨ ਕਰਕੇ ਪਾਤਸ਼ਾਹ ਜੀ ਨੇ 6 ਸਰੂਪਾਂ ਦੇ ਵਿੱਚ ਇਸ ਬਾਣੀ ਨੂੰ ਉਚਾਰਨ ਕੀਤਾ ਹੈ। ਤੇ ਸਾਧ ਸੰਗਤ ਜੋ ਉਸ ਤੋਂ ਬਾਅਦ ਇਸ ਬਾਣੀ ਦੀ ਗੁਰੂਆਂ ਨੇ ਸੰਭਾਲ ਕੀਤੀ ਹੈ। ਪਰਮਾਤਮਾ ਦੇ ਇਹ ਅੰਮ੍ਰਿਤਮਈ ਬਚਨ ਗੁਰੂ ਪਾਤਸ਼ਾਹ ਜੀ ਨੇ ਆਪਣੀ ਮੁਖਾਰਬਿੰਦ ਤੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਦੇ ਇਹਨਾਂ ਪਾਵਨ ਮੁਖ ਵਾਕਾਂ ਨੂੰ ਉਚਾਰਨ ਕਰਦੇ ਹਨ, ਸਮਝਾਵਣਾ ਕਰਦੇ ਹਨ। ਵਿਚਾਰ ਨਾਲ ਜੁੜਨ ਤੋਂ ਪਹਿਲਾਂ ਆਪਾਂ ਸਾਰੇ ਯਤਨ ਕਰੀਏ ਕਿ ਗੁਰੂ ਪਾਤਸ਼ਾਹ ਜੀ ਸਾਡੇ ਤੇ ਵੀ ਰਹਿਮਤ ਕਰਨ, ਸਾਡੇ ਤੇ ਵੀ ਬਖਸ਼ਿਸ਼ ਕਰਨ, ਸਾਡੇ ਤੇ ਵੀ ਆਪਣੀ ਉਹ ਨਦਰ ਦੀ, ਮਿਹਰ ਦੀ ਨਦਰ ਕਰਨ, ਤਾਂ ਕਿ ਸਾਡੇ ਇਹ ਕਲਬ ਦੇ ਮਨ ਹਨ, ਇਹਨਾਂ ਵਿੱਚ ਵੀ ਗੁਰੂ ਪਾਤਸ਼ਾਹ ਜੀ ਦੇ ਇਹ ਪਾਵਨ ਬਚਨ ਟਿਕ ਸਕਣ, ਤਾਂ ਕਿ ਅੰਦਰ ਦੀ ਜਿਹੜੀ ਅੱਗ ਹੈ ਉਹ ਖਤਮ ਹੋ ਸਕੇ। ਕਿਉਂਕਿ ਅੰਦਰ ਦੀ ਜਿਹੜੀ ਅੱਗ ਹੈ ਇਹ ਤਾਈਓ ਖਤਮ ਹੋਵੇਗੀ ਜਦੋਂ ਅਸੀਂ ਗੁਰੂ ਦੀ ਗੱਲ ਨੂੰ ਸੁਣ ਕੇ ਗੁਰੂ ਦੀ ਗੱਲ ਨੂੰ ਮੰਨਾਂਗੇ। ਸਾਧ ਸੰਗਤ ਜੋ ਆਪਾਂ ਕਹਿ ਦਿੰਨੇ ਆ
कि मैं इन्ने समय तो गुरुद्वारे साहब जा रहा हाँ। एक सज्जन दास नूं मिले, काफ़ी अवस्था हो गई सी, दाढ़ी भी चिट्टी, ते दास नाल कुछ गलबात हुई ते दास नूं कहण लगे कि भाई इन्नी ते तेरी उम्र नहीं जिन्ना चिर मैनूं गुरुद्वारे साहब आउंदियां नूं हो गया। मैं भी फिर अग्यों बापू जी नूं पुछ ही लिया, बापू जी एक गल दसो, मैं तुहाडी गल नाल बिल्कुल सहमत हाँ, मेरी उम्र नहीं, उन्ना चिर तो तुसी गुरुद्वारे आ रहे हो, लेकिन गुरुद्वारे साहब आके तुसी केड़ी गल मन्नी गुरु दी? दाड़ा तुहाडा चिट्टा है, लेकिन इस ते तुसी फिर भी रंग करदे हो, इस ते तुसी फिर भी मेहंदी ला रहे हो। एक ही गुरु ने आख्या है सानू, रूमां दी तुसी बेदबी करदे हो, बाणी तुसी जपजी साहब नहीं सुना सकदे, फिर गुरु घर आके गुरु दी गल केड़ी मन्नी तुसी? साध संग जो गुरु घर आउण दे नाल साडी हाजरी ते प्रवान है, हाजरी ते साडी गुरु नानक दे दर ते प्रवान हो गई, लेकिन साध संग जो असल गल ते तां बनेगी जदों असी गुरु दी गल नूं सुन के मन्नांगे, गुरु दी गल ते पैरा दवांगे। उम्र वडेरी होण दे नाल किते गुरु किरपा कर दवे, साडी मत वडेरी कर दवे, जो असी नित अरदास दे विच कहंदे हां, गुरसिखां दा मन नीमा मत उच्ची, नित हर रोज कहने हां, जे गुरु किरपा करे ते साडा मन किते नीमियां च निमान विच हो जावे ते साडी मत गुरु पातशाह दी किरपा नाल उच्ची हो जावे। ते मत उच्ची तां होनी है जदों असी गुरु दी गल नूं सुन के उस गल ते तुरन दा यतन करांगे। सो साध संग जो उस बापू ने दास दी गल नूं मन्निया, मन्नण तो बाद जो मेहंदी लाउंदे सन, जो दाड़े नूं काला करदे सन, उस दिन तो बाद हुण तिकर उस बापू दी मैं कदे दाड़ी काली नहीं वेखी, अते ना ही गुरु घर आके मत्था टेके वापस जांदियां नूं वेखिया। जदों भी आउणा साध संगत विच आउणा, साध संगत विच गुरबाणी नूं सुनना, गुरबाणी दी बापू नाल कई वारी विचार भी हुंदी है। सो साध संग जो असी सिर्फ बाणी नूं पढ़ के ते सुन तिकर ही सीमित रह गए हाँ, बाणी दी विचार कदे कीती नहीं। जदों बाणी दी विचार करांगे उदों बाणी सानू समझावेगी, सानू राह दिखावेगी। मना तू ते हले पहली पौड़ी ते भी नहीं चढ़िया, गुरु नानक दी दर दी पहली पौड़ी ते भी नहीं चढ़िया, भावें साडी उम्र गुरु घर आउंदियां वडेरी हो गई है, लेकिन गल ते तां बनदी है जो कि धन धन साहिब श्री गुरु अर्जन देव जी महाराज इन्हां अमृतमई वचनां दे विच सानू समझा रहे हैं। आओ सारे ही मना बिरतियों नूं इकागर करिए ते एक बारी अपनी रसना तो आखिए जी सतनाम श्री वाहिगुरु साहिब जीओ। सोही महला पंजवा। सूही राग दे विच सतगुरु साहिब श्री गुरु अर्जन देव जी महाराज बख्शिश करके सानू समझा रहे हैं। अमृत बचन साध की बाणी, जो जो जपै तिस की गत होवै, हर हर नाम नित रसन बखानी। अमृत बचन साध की बाणी,
ਪਾਤਸ਼ਾਹ ਜੀ ਦੇ ਇਹੀ ਪਾਵਨ ਵਚਨ ਹਨ, ਜੋ ਜੋ ਜਪੈ ਤਿਸ ਕੀ ਗਤ ਹੋਵੈ, ਹਰ ਹਰ ਨਾਮ ਨਿਤ ਰਸਨ ਬਖਾਨੀ। हे ਭਾਈ, ਗੁਰੂ ਦੀ ਉਚਾਰੀ ਹੋਈ ਬਾਣੀ ਆਤਮਿਕ ਜੀਵਨ ਦੇਣ ਵਾਲੇ ਵਚਨ ਹਨ। ਇਸ ਬਾਣੀ ਨੂੰ ਪੜ੍ਹ ਕੇ ਆਤਮਿਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਇਹ ਬਾਣੀ ਕੋਈ ਗੀਤ ਨਹੀਂ ਹਨ, ਇਹ ਬਾਣੀ ਉਸ ਪਰਮਾਤਮਾ ਦੇ ਅਨਮੋਲ ਵਚਨ ਹਨ ਜੋ ਗੁਰੂ ਪਾਤਸ਼ਾਹ ਜੀ ਨੇ ਆਪਣੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹਨ। ਇਸ ਬਾਣੀ ਨਾਲ ਜੁੜ ਕੇ ਜਿੱਥੇ ਸਾਡਾ ਮਨ ਆਤਮਿਕ ਆਨੰਦ ਦੀ ਪ੍ਰਾਪਤੀ ਕਰਦਾ ਹੈ ਤੇ ਸਾਨੂੰ ਇਹ ਵੀ ਸਮਝ ਆਉਂਦਾ ਹੈ ਕਿ ਇਹ ਮਨਾ, ਹੁਣ ਤੱਕ ਤੂੰ ਜੋ ਵੀ ਕੁਝ ਕਰਦਾ ਰਿਹਾ, ਹਕੀਕਤ ਵਿੱਚ ਤੂੰ ਕੂੜ ਦੇ ਨਾਲ ਜੁੜਿਆ ਹੋਇਆ ਸੀ। ਕਿਉਂਕਿ ਗੁਰੂ ਦੀ ਬਾਣੀ ਉਚਾਰੀ ਹੋਈ ਜਦੋਂ ਤੈਨੂੰ ਸਮਝ ਆਉਣੀ ਸ਼ੁਰੂ ਹੋ ਗਈ, ਤੂੰ ਬਾਣੀ ਨੂੰ ਵਿਚਾਰਨਾ ਸ਼ੁਰੂ ਕਰ ਦਿੱਤਾ ਤੇ ਤੈਨੂੰ ਆਪਣੇ ਆਪ ਹੀ ਇਹ ਗੁਰੂ ਦੀ ਉਚਾਰੀ ਹੋਈ ਬਾਣੀ ਆਤਮਿਕ ਜੀਵਨ ਦੇਣ ਵਾਲੇ ਬਚਨ ਆਪਣੇ ਆਪ ਹੀ ਲੱਗਣ ਪੈਣਗੇ। ਫਿਰ ਤੈਨੂੰ ਸਮਝਾਉਣ ਦੀ ਲੋੜ ਨਹੀਂ ਪਵੇਗੀ। ਜਿਹੜਾ ਜਿਹੜਾ ਮਨੁੱਖ ਇਸ ਬਾਣੀ ਨੂੰ ਜਪਦਾ ਹੈ, ਉਸ ਦੀ ਉੱਚੀ ਆਤਮਿਕ ਅਵਸਥਾ ਬਣ ਜਾਂਦੀ ਹੈ। ਕਿਉਂਕਿ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਜਪ ਮਨ ਮੇਰੇ ਗੋਬਿੰਦ ਕੀ ਬਾਣੀ। हे ਮੇਰੇ ਮਨਾ, ਤੂੰ ਉਸ ਪਰਮਾਤਮਾ ਦੀ ਬਾਣੀ ਨੂੰ ਜਪ। ਉਸ ਬਾਣੀ ਨੂੰ ਜਪ ਕੇ ਤੇਰੇ ਜਿਹੜੇ ਜੀਵਨ ਦੇ ਰਾਹ ਹਨ, ਉਹ ਰਾਹ ਆਪਣੇ ਆਪ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਪਾਤਸ਼ਾਹ ਵੱਲ ਜਾਣ ਵਾਲਾ ਰਾਹ ਖੁੱਲ ਜਾਵੇਗਾ। ਭਾਵ ਜੋ ਜਪਦੇ ਹਨ ਉਸੇ ਦੀ ਉੱਚੀ ਆਤਮਿਕ ਅਵਸਥਾ ਬਣ ਜਾਂਦੀ ਹੈ। ਉਹ ਮਨੁੱਖ ਸਦਾ ਆਪਣੀ ਜੀਭਾ ਨਾਲ ਪਰਮਾਤਮਾ ਦਾ ਨਾਮ ਉਚਾਰਦਾ ਰਹਿੰਦਾ ਹੈ ਅਤੇ ਇਹਨਾਂ ਅੰਮ੍ਰਿਤਮਈ ਬਚਨਾਂ ਨੂੰ ਉਚਾਰ ਕੇ ਸਿਮਰ ਕੇ ਉਹ ਅੰਮ੍ਰਿਤਮਈ ਬੂੰਦਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਦਾ ਰਹਿੰਦਾ ਹੈ। ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ। ਹੋਰਤ ਕਿਤੈ ਜਿਚਰ ਹਰ ਰਸ ਪੱਲੇ ਨਾ ਪਾਏ। ਭਾਵ ਜਦੋਂ ਤਿਕਰ ਤੂੰ ਪਰਮਾਤਮਾ ਦੇ ਅੰਮ੍ਰਿਤਮਈ ਬਾਣੀ ਨੂੰ ਅੰਦਰ ਨਹੀਂ ਵਸਾਇਆ, ਅੰਦਰ ਨਹੀਂ ਟਿਕਾਇਆ, ਰਸ ਪ੍ਰਾਪਤ ਨਹੀਂ ਕੀਤਾ, ਉਦੋਂ ਤਿਕਰ ਤੇਰਾ ਜਿਹੜਾ ਜੀਵਨ ਹੈ ਉਹ ਵਿਅਰਥ ਹੀ ਜਾ ਰਿਹਾ ਹੈ। ਪਾਵਨ ਮੁਖਵਾਗ ਦੀਆਂ ਇਹ ਬੰਦ ਦੀਆਂ ਰਾਹੋ ਦੀਆਂ ਤੁਕਾਂ ਹਨ। ਸੋ ਗੁਰੂ ਪਾਤਸ਼ਾਹ ਜੀ ਸਾਨੂੰ ਬਾਣੀ ਦੇ ਵਿੱਚ ਇਹੀ ਹੋਕਾ ਦੇ ਰਹੇ ਹਨ, ਜੋ ਜੋ ਜਪੈ ਤਿਸ ਕੀ ਗਤ ਹੋਵੈ। ਜਿਹੜੇ ਜਪਦੇ ਹਨ ਉਹਨਾਂ ਦਾ ਆਵਾਗੁਣ ਮੁੱਕ ਜਾਂਦਾ ਹੈ। ਹਰ ਹਰ ਨਾਮ ਨਿਤ ਰਸਨ ਬਖਾਨੀ। ਭਾਵ ਹਰੀ ਦਾ, ਵਾਹਿਗੁਰੂ ਦਾ, ਪਰਮਾਤਮਾ ਦਾ ਨਾਮ ਜਪ ਕੇ ਰਸਨਾ ਵੀ ਇਹ ਪਵਿੱਤਰ ਹੋ ਜਾਂਦੀ ਹੈ। ਰਹਾਉ ਕਲੀ ਕਾਲ ਕੇ ਮਿਟੇ ਕਲੇਸਾ, ਏਕੋ ਨਾਮ ਮਨ ਮਹਿ ਪਰਵੇਸਾ। ਇੱਥੇ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ, हे ਭਾਈ, ਗੁਰਬਾਣੀ ਦੀ ਬਰਕਤ ਨਾਲ ਜਿਹੜੇ ਅੰਦਰ ਦੇ ਭਾਵੇਂ ਜੀਵਨ ਦੇ ਕਲੇਸ਼ ਕਹਿ ਲਈਏ, ਉਹ ਸਾਰੇ ਕਲੇਸ਼ ਗੁਰੂ ਬਾਣੀ ਪੜ੍ਹਨ ਦੇ ਨਾਲ, ਗੁਰਬਾਣੀ ਸੁਣਨ ਦੇ ਨਾਲ ਕੱਟੇ ਜਾਂਦੇ ਹਨ। ਭਾਵ ਉਹ ਮਿਟ ਜਾਂਦੇ ਹਨ। ਕਿਉਂਕਿ ਬਾਣੀ ਦਾ ਸਦਕਾ ਇੱਕ ਹਰ ਨਾਮ ਹੀ ਮਨ ਵਿੱਚ ਟਿਕਿਆ ਰਹਿੰਦਾ ਹੈ। ਬਾਣੀ ਪੜ੍ਹਨ ਵਾਲੇ ਜਿਹੜੇ ਹਨ, ਜਿਹੜੀਆਂ ਰੂਹਾਂ, ਜਿਹੜੇ ਗੁਰਸਿੱਖ ਬਾਣੀ ਨੂੰ ਪੜ੍ਹਦੇ ਹਨ, ਵਿਚਾਰਦੇ ਹਨ, ਸੁਣਦੇ ਹਨ, ਉਹਨਾਂ ਦੇ ਹਿਰਦੇ ਵਿੱਚ ਫਿਰ ਇਹ ਬਾਣੀ ਘਰ ਬਣਾ ਲੈਂਦੀ ਹੈ। ਭਾਵ ਉਹਨਾਂ ਦੇ ਜੀਵਨ ਦੇ ਜਿੰਨੇ ਵੀ ਕਲੇਸ਼ ਹਨ ਉਹ ਸਾਰੇ ਦੇ ਸਾਰੇ ਕੱਟੇ ਜਾਂਦੇ ਨੇ, ਭਾਵ ਖਤਮ ਹੋ ਜਾਂਦੇ ਹਨ। ਕਿਉਂਕਿ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਸੁਣੀਐ ਸਤ ਸੰਤੋਖ ਗਿਆਨ, ਸੁਣੀਐ ਅਠ ਸਟਕਾ ਇਸਨਾਨ, ਸੁਣੀਐ ਪੜ ਪੜ ਪਾਵੈ ਮਾਨ, ਸੁਣੀਐ ਲਾਗੈ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣੀਐ ਦੁਖ ਪਾਪ ਕਾ ਨਾਸ। ਬਾਣੀ ਦੀ
जो गल सानू समझाउंदी है बाणी दी एक एक गल उस परमात्मा दे ही बचन हन। साधु तूर मुख मस्तक लाई, नानक उदरे हार गुर सरनाई। गुरु पातशाह जी फरमान करते हैं, भाई साधु तूर मुख मस्तक लाई, नानक उदरे हर गुर शरनाई। सतगुरु गुरु अर्जन देव जी महाराज धन धन साहिब श्री गुरु नानक पातशाह जी दे नाम दी मोहर ला के सानू समझा रहे हैं, गुरु दे चरना दी धूड़ जिन्हां मनुखा ने अपने मूँह उत्ते भाव मथे उत्ते ला लई, वो मनुख गुरु दी सरन पै के प्रभु दी सरन पै जाते हैं। क्योंकि गुरु तो बिना परमात्मा दा राह होर कोई समझा नहीं सकता। गुरु ग्रंथ साहिब महाराज जी हैं जिन्हां दी बाणी नूं पढ़ के बाणी नूं सुन के उस परमात्मा तिकर पुजिया जा सकता है। तो जिन्हां ते गुरु पातशाह जी ने कृपा कर दी, अपनी अमृतमई ये बाणी बख्श दी, तो सत्संग जो उन्हां दे जिहड़े सारे झगड़े कलेश वो खत्म हो गए, तो फिर वो हुण परमात्मा की शरण विच पै गए हैं। भाव गुरु की कृपा दे नाल गुरु ने अमृतमई बाणी बचन बख्श दिते हैं, तो इहो गुरु की चरण धूड़ है। तो इस बाणी नूं गुरु के अमृतमई बचनां नूं अंदर जे साडे टिक जाण, ये बाणी वस जावे, तो सत्संग जो अंदर दे जिन्ने भी झगड़े हैं वो सारे खत्म हो जाते हैं। क्यों? क्योंकि जीवन दे झगड़े तो असी खत्म कर सकते हैं, लेकिन अंदर का जिहड़ा झगड़ा है वो झगड़ा गुरु की कृपा दे नाल ही खत्म हो सकता है। जदों गुरु साडे ते रहमत करन, गुरु साडे ते बख्शिश करन, ताइयों अंदर का जिहड़ा झगड़ा है वो खत्म होंदा है। ते असी हर वेले गुरु पातशाह दे चरनां विच इहो अरदास बेनती करनी है, बहुत शास्त्र बहुत स्मृति पेखै सर्व ढंढोल, पूजस नाही हर हरे नानक नाम अमोल। हे मेरे मालक कृपा कर, आप जी दी बाणी आप जी दा नाम ही अनमोल है, ते साडे ते भी मेहर बख्शिश करियो। ये अनमोल बाणी दे नाल साडा मन भी जुड़ जावे, ते भाव दुनिया दे जिहड़े झगड़े हैं मन दे जिहड़े कलेश हैं वो आप जी की कृपा दे नाल कट्टे जाण, ते सानू भी जीवन विच आत्मक आनंद की प्राप्ति हो जावे, ताकि साडा जीवन संसार विच आया सफला हो सके। सो सत्संग जो अज दे पावन बचनां दी आप जी ने विचार सरवण कीती है, गुरु पातशाह जी ने कृपा कीती है, सानू ये समा बख्शिया है, जीवन बख्शिया है कि असी इस समा दे विच इस जीवन दे विच गुरु नाल जुड़ के परमात्मा विच लीन होइए, ताकि दुनिया के आवागमन तो मुक्त होइए। ते सत्संग जो इस सुनहरे मौके नूं एवें ना कोडियां दे भार रोड़ी जाइए, गुरु दे दर ते आके साध संगत कमाइए, साध संग विच बह के गुरबाणी नूं पढ़िए ते विचारीए ते सरवण करिए, ताकि साडा ये लोक भी सुखी हो सके ते साडे परलोक भी सोले हो सकन। सो सत्संग जो दासा पास्यों बेअंत भुल्लां गलतियां हो गईयां होणगीਆਂ, गुरु अते गुरु की संगत बख्शण जोग है। जे किसे कोई माई भाई का चंगा सुझाव होवे तो आप जी दास तक पहुँचा सकते हो। ये दास का इंडिया का नंबर है 8750 10 63 75। इस नंबर पर आप जी दास नाल संपर्क कर सकते हो, ਜਾਂ आप जी ਚੱਕਦੇ टीवी की वैबसाइट पर भी अपना सुझाव दे सकते हो। सो सत्संग जो बुलाइए फतेह, करिए रसना नूं पवित्र। वाहिगुरु जी का खालसा, वाहिगुरु जी की फतेह।